ਅੱਜ ਇਹ ਵਜੂਦ ਦੀ ਗੱਲ ਆ। ਇਹ ਲੜਾਈ ਹੈ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ ਗੀ। ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਕਿ ਪੰਜਾਬ ਦੇ ਕਿਸਾਨ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁੱਤਾਂ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ। ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਾਂ ਆਪਣੇ ਹੱਕ ਨੇ, ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰੇ। ਉਹ ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿਤੋਂ ਦਾ ਨਾਂ ਲਵਾਂ। ਉਸ ਪ੍ਰੋਜੈਕਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ CAA ਤੇ NRC ਦਾ ਆ ਰਿਹਾ ਸੀ, ਖਾਸ ਕਰ CAA ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ, ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਇੱਕ ਅੰਨਦਾਤਾ ਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰੇ। ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ, ਹਵਾ, ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਹ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪਾਂ ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ ਬੋਲੀ ਇੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਜਾ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਦੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ। ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ। ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਤਿਜੋਰੀਆਂ ਭਰ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕਹੀ ਕਿ CAA NRC ਦੇ ਵਿੱਚ ਜਿਹੜਾ ਨੌਨ ਮੁਸਲਿਮ ਸੀ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸ਼ਰਾਬ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ, ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ। ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ CAA NRC ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ
ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ। ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ ਹੈ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਰਸਤਾ ਰੋਕਿਆ ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ ਇਹਦੀ ਜ਼ਿੰਮੇਵਾਰ ਸਰਕਾਰ ਹੈ, ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੰਜਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਿਓ ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ, ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ, ਜਦੋਂ ਉਹ ਲੈ ਕੇ ਆਣੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਹੋਣਾ ਹੈ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, ਯੂਪੀ ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ, ਉੱਥੇ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀਆਂ ਮੰਗਾਂ ਮਨਵਾਈਏ ਔਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਈਏ। ਅੱਜ ਇਹ ਵਜੂਦ ਦੀ ਗੱਲ ਆ, ਇਹ ਲੜਾਈ ਆ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ, ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਕਿ ਪੰਜਾਬ ਦੇ ਕਿਸਾਨ ਨੂੰ ਵੀ ਇਹ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁਸਤਾਨ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ। ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਣੇ ਹੱਕ ਨੇ, ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰਿਓ। ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿਤੋਂ ਦਾ ਨਾਂ ਲਵਾਂ ਉਸ ਪ੍ਰੋਟੈਸਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ CAA ਤੇ NRC ਦਾ ਆ ਰਿਹਾ ਸੀ, ਖਾਸ ਕਰ CAA ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ, ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਇੱਕ ਅੰਨਦਾਤਾ ਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰੇ, ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ, ਹਵਾ, ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਹ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ ਬੋਲੀ ਅੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਜਾ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਤੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ, ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ, ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਤਿਉਰੀਆਂ ਭਰਨ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨਗੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ।
ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕੀਤੀ ਕਿ ਸੀਏ ਐਨਆਰਸੀ ਦੇ ਵਿੱਚ ਜਿਹੜੇ ਨਾਨ ਮੁਸਲਿਮ ਸੀਗੇ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸਰਾਂ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ। ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ। ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ ਸੀਏ ਐਨਆਰਸੀ ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ? ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਰਸਤਾ ਰੋਕਿਆ, ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ, ਇਹਦੀ ਜ਼ਿੰਮੇਵਾਰ ਸਰਕਾਰ ਹੈ ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੁੰਝਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਿਓ ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ, ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ, ਜਦੋਂ ਉਹ ਲੈ ਕੇ ਆਉਂਦੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਹੋਣਾ ਹੈ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, ਯੂਪੀ ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ, ਉੱਥੇ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀਆਂ ਮੰਗਾਂ ਮਨਵਾਈਏ ਔਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਦਈਏ। ਅੱਜ ਇਹ ਵਜੂਦ ਦੀ ਗੱਲ ਆ, ਇਹ ਲੜਾਈ ਆ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ, ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਕਿ ਪੰਜਾਬ ਦੇ ਕਿਸਾਨ ਨੂੰ ਵੀ ਇਹ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁੱਤਾਂ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ। ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਣੇ ਹੱਕ ਨੇ, ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰਿਓ। ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿਥੋਂ ਨਾਂ ਲਵਾਂ। ਉਸ ਪ੍ਰੋਟੈਸਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ ਸੀਏ ਤੇ ਐਨਆਰਸੀ ਦਾ ਆ ਰਿਹਾ ਸੀ, ਖਾਸ ਕਰ ਸੀਏ ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ, ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਅੰਨਦਾਤਾ ਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰੇ, ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ, ਹਵਾ, ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ
ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਸ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪਾਂ ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ ਗੋਲੀ ਅੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਚਾਹ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਤੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ। ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ। ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਤਿਜੋਰੀਆਂ ਭਰਨ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕੀਤੀ ਕਿ CA NRC ਦੇ ਵਿੱਚ ਜਿਹੜੇ ਨਾਨ ਮੁਸਲਿਮ ਸੀਗੇ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸਰਾਂ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ, ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ। ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ CA NRC ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ? ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਰਸਤਾ ਰੋਕਿਆ, ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ, ਇਹਦੀ ਜ਼ਿੰਮੇਵਾਰ ਸਰਕਾਰ ਹੈ ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੰਜਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਿਓ ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ, ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ, ਜਦੋਂ ਉਹ ਲੈ ਕੇ ਆਣੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਰੋਕਣਾ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, UP ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ, ਉੱਥੇ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀਆਂ ਮੰਗਾਂ ਮਨਵਾਈਏ ਔਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਦਈਏ। ਅੱਜ ਇਹ ਵਜੂਦ ਦੀ ਗੱਲ ਆ, ਇਹ ਲੜਾਈ ਆ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ, ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਕਿ ਪੰਜਾਬ ਦੇ ਕਿਸਾਨ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁੱਤਾਂ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ, ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਾਂ ਆਪਣੇ ਹੱਕ ਨੇ
ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰਿਓ। ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿਥੋਂ ਨਾਂ ਲਵਾਂ। ਉਸ ਪ੍ਰੋਜੈਕਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ ਸੀਏ ਤੇ ਐਨਆਰਸੀ ਦਾ ਆ ਰਿਹਾ ਸੀ, ਖਾਸ ਕਰ ਸੀਏ ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ, ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਇੱਕ ਅੰਨਦਾਤਾ ਹੈਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰਿਓ, ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ ਹਵਾ ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਸ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪੋ ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ ਗੋਲੀ ਇੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਜਾ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਤੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ, ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ, ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਤਿਜੋਰੀਆਂ ਭਰ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕੀਤੀ ਕਿ ਸੀਏ NRC ਦੇ ਵਿੱਚ ਜਿਹੜੇ ਨਾਨ ਮੁਸਲਿਮ ਸੀ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸ਼ਹਿਰਾਂ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ, ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ, ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ। ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ ਸੀਏ NRC ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ? ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਰਸਤਾ ਰੋਕਿਆ, ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ ਇਹਦੀ ਜ਼ਿੰਮੇਵਾਰ ਸਰਕਾਰ ਹੈ, ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੁੰਝਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਈਓ
ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ ਜਦੋਂ ਉਹ ਲੈ ਕੇ ਆਨੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਹੋਣਾ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, ਯੂਪੀ ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ ਉੱਥੇ ਦੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀਆਂ ਮੰਗਾਂ ਮਨਵਾਈਏ ਔਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਦਈਏ। ਅੱਜ ਇਹ ਵਜੂਦ ਦੀ ਗੱਲ ਆ, ਇਹ ਲੜਾਈ ਆ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ, ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਕਿ ਪੰਜਾਬ ਦੇ ਕਿਸਾਨ ਨੂੰ ਵੀ ਇਹ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁੱਤਾਂ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ। ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਣੇ ਹੱਕ ਨੇ, ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰਿਓ। ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿੱਥੋਂ ਦਾ ਨਾਂ ਲਵਾਂ ਉਸ ਪ੍ਰੋਟੈਸਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ ਸੀਏ ਤੇ ਐਨਆਰਸੀ ਦਾ ਆ ਰਿਹਾ ਸੀ, ਖਾਸ ਕਰ ਸੀਏ ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ, ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਇੱਕ ਅੰਨਦਾਤਾ ਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰੇ, ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ, ਹਵਾ, ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਸ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ ਗੋਲੀ ਅੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਜਾ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਦੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ, ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ, ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਤਿਉਰੀਆਂ ਭਰਨ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨਗੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਸੀਏ NRC ਦੇ ਵਿੱਚ ਜਿਹੜਾ ਨਾਨ ਮੁਸਲਿਮ ਸੀ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸ਼ਰਾਬ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ, ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ
ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ CANRC ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ? ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਰਸਤਾ ਰੋਕਿਆ, ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ, ਇਹਦੀ ਜ਼ਿੰਮੇਵਾਰ ਸਰਕਾਰ ਹੈ ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੁੰਝਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਿਓ ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ, ਜਦੋਂ ਲੈ ਕੇ ਆਨੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਹੋਣਾ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, ਯੂਪੀ ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ, ਉੱਥੇ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀਆਂ ਮੰਗਾਂ ਮਨਵਾਈਏ ਔਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਦਈਏ। ਅੱਜ ਇਹ ਵਜੂਦ ਦੀ ਗੱਲ ਆ, ਇਹ ਲੜਾਈ ਆ ਜਿਹੜੀ ਇਕੱਲੇ 3 ਕਿਸਾਨ ਬਿੱਲਾਂ ਦੀ ਨਹੀਂ ਹੈਗੀ, ਇਹ ਗੱਲ ਆ ਹੱਕ ਦੀ। ਜੇ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਪਾਣੀ ਦਾ ਸਮਝੌਤਾ ਕਰਨ ਦਾ ਹੱਕ ਆ, ਜੇ ਰਾਜਸਥਾਨ ਨੂੰ ਹੱਕ ਆ ਕਿ ਉਹ ਆਪਣਾ ਮਾਰਬਲ ਜਾਂ ਆਪਣਾ ਪੱਥਰ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾ, ਜੇ ਝਾਰਖੰਡ ਨੂੰ ਇਹ ਹੱਕ ਆ ਕਿ ਉਹ ਕੋਲਾ ਕਿਹੜੇ ਰੇਟ ਤੇ ਕਿਹਨੂੰ ਵੇਚ ਸਕਦਾਗਾ, ਤੇ ਪੰਜਾਬ ਦੇ ਕਿਸਾਨ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪੁੱਤਾਂ ਨੂੰ ਪਾਲੀ ਫਸਲ ਕਿਹਨੂੰ ਕਿੰਨੇ ਰੇਟ 'ਚ ਵੇਚਣਾ ਚਾਹੁੰਦਾਗਾ, ਇਹ ਹੱਕ ਉਹਨੂੰ ਹੋਣਾ ਚਾਹੀਦਾ। ਜਾਂ ਪੰਜਾਬ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਉਹਦਾ ਪਾਣੀ ਉਹ ਕਿਹਨੂੰ ਦੇਣਾ ਚਾਹੁੰਦਾ, ਕਿਹੜੇ ਰੇਟ ਤੇ ਦੇਣਾ ਚਾਹੁੰਦਾ। ਜੇ ਪੱਛਮੀ ਬੰਗਾਲ ਨੂੰ ਹੱਕ ਹੋ ਸਕਦਾ ਤੇ ਰਾਜਸਥਾਨ ਨੂੰ, ਝਾਰਖੰਡ ਨੂੰ, ਬਿਹਾਰ ਨੂੰ, ਆਂਧਰਾ ਨੂੰ ਆਪਣੇ ਹੱਕ ਨੇ, ਉਹ ਜੇ ਉਹਨਾਂ ਕੋਲ ਜਿਹੜੇ ਹੱਕ ਨੇ ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਨੇ। ਇਹ ਹੱਕਾਂ ਦੀ ਗੱਲ ਆ ਵੀਰ ਮੇਰਿਓ। ਇਸ ਕਰਕੇ ਮੇਰੀ ਬੇਨਤੀ ਆ ਕਿ ਜਿਵੇਂ ਅਸੀਂ ਤੁਹਾਡੇ ਨਾਲ ਸ਼ਹੀਨ ਬਾਗ ਖੜੇ, ਜਾਮੀਆਂ 'ਚ ਆ ਕੇ ਖੜੇ ਆਂਗੇ, ਹੋਰ ਜਿੱਥੇ ਵੀ ਸਾਡੀ ਲੋੜ ਸੀ ਅਸੀਂ ਆਏ ਆਂਗੇ। ਮੈਂ ਤਾਜਪੁਰ ਯੂਪੀ ਦੇ ਵਿੱਚ ਗਿਆ, ਸਮਸਤੀਪੁਰ ਗਿਆ, ਦਾਨਾਪੁਰ ਗਿਆ, ਮੁਰਾਦਾਬਾਦ ਗਿਆ, ਔਰੰਗਾਬਾਦ ਗਿਆ, ਹੋਰ ਬੜੇ ਜਗ੍ਹਾ ਤੇ ਮੈਂ ਕਿਥੋਂ ਦਾ ਨਾਂ ਲਵਾਂ। ਉਸ ਪ੍ਰੋਜੈਕਟ ਦੇ ਵਿੱਚ ਜਿਹੜਾ ਕਿ ਇੱਕ ਗੈਰ ਕਾਨੂੰਨੀ ਕਾਲਾ ਕਾਨੂੰਨ ਆਪ ਨੂੰ ਪਤਾ CAA ਤੇ NRC ਦਾ ਆ ਰਿਹਾ ਸੀ, ਖਾਸ ਕਰ CAA ਦੇ ਕਾਨੂੰਨ ਦੇ ਮੁਤਾਬਕ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਖੜੇ ਆ। ਅੱਜ ਅਸੀਂ ਤੁਹਾਡੇ ਤੋਂ ਆਸ ਕਰਦੇ ਆ ਕਿ ਤੁਸੀਂ ਵੀ ਅੱਜ ਸਿੱਖਾਂ ਨਾਲ ਨਹੀਂ, ਪੰਜਾਬ ਦੇ ਕਿਸਾਨ ਨਾਲ, ਜਿਨ੍ਹਾਂ ਦੇ ਵਿੱਚ ਚਾਹੇ ਵੀਰ ਹੋ ਮੁਸਲਮਾਨ ਹੋ ਸਕਦੇ ਆ, ਚਾਹੇ ਹਿੰਦੂ ਵੀ ਹੋ ਸਕਦੇ ਆ, ਚਾਹੇ ਉਹ ਕਾਮਰੇਡ ਹੋ ਸਕਦੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਪਰ ਉਹ ਕਿਸਾਨ ਜ਼ਰੂਰ ਹੈ, ਅੰਨਦਾਤਾ ਗਾ, ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾਂਗਾ ਕਿ ਇੰਨੀ ਗੱਲ ਮੈਂ ਕਹਿਣਾਗਾ ਕਿ ਜਿੱਦਣ ਕਿਆਮਤ ਦਾ ਦਿਨ ਹੋਊਗਾ ਨਾ, ਤੁਹਾਡੇ ਕੋਲ ਇਹ ਸਵਾਲ ਜ਼ਰੂਰ ਪੁੱਛਿਆ ਜਾਊਗਾ ਕਿ ਉਸ ਦਿਨ ਤੁਸੀਂ ਸੱਚਾਈ ਨਾਲ ਕਿਉਂ ਨਹੀਂ ਖੜੇਗੇ। ਇਸ ਕਰਕੇ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਤਾਂ ਕਿ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ 'ਚ ਆਪਣੇ ਮਾਲਕ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਇੰਨੀ ਕੁ ਮੈਂ ਬੇਨਤੀ ਕਰਦਾ ਵੀਰ ਮੇਰਿਓ, ਤੁਸੀਂ ਕਿਸੇ ਵੀ ਮਜ਼ਹਬ ਨੂੰ, ਧਰਮ ਨੂੰ ਮੰਨਦੇ ਹੋ, ਪਰ ਅੱਜ ਗੱਲ ਰੋਟੀ ਦੀ ਆ, ਕਿਉਂਕਿ ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਰੋਟੀ ਦਾ ਕੋਈ ਧਰਮ ਨਹੀਂ ਹੁੰਦਾ, ਪਾਣੀ ਦਾ ਕੋਈ ਧਰਮ ਨਹੀਂ ਹੁੰਦਾ, ਹਵਾ ਦਾ ਕੋਈ ਧਰਮ ਨਹੀਂ ਹੁੰਦਾ, ਨੇਚਰ ਦਾ ਕੋਈ ਧਰਮ ਨਹੀਂ ਹੁੰਦਾ। ਧਰਮ ਕੀ ਹੈਗਾ? ਪਹਿਲੀ ਧਰਮ ਸਭ ਤੋਂ ਪਹਿਲਾਂ ਅਨਾਜ ਆ। ਜੇ ਅੰਨ, ਹਵਾ, ਪਾਣੀ ਹੈਗਾ ਤਾਂ ਅਸੀਂ ਜਿਉਣੇ ਆ। ਇਹ ਬ੍ਰਹਿਮੰਡ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਗ੍ਰਹਿ ਨੇ ਬਾਈ ਜੀ, ਪਰ ਜੀਵਨ ਇੱਥੇ ਆ ਕਿਉਂਕਿ ਇੱਥੇ ਇੱਕ ਚੰਗੀ ਹਵਾ, ਚੰਗਾ ਸ਼ੁੱਧ ਪਾਣੀ, ਅੰਮ੍ਰਿਤ ਰੂਪੀ ਪਾਣੀ ਆ, ਇੱਥੇ ਅੰਨ ਪੈਦਾ ਹੁੰਦਾ ਤਾਂ ਇੱਥੇ ਜੀਵਨ ਹੈ। ਇਸ ਜੀਵਨ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਹਿੰਦਾ ਕਿਸੇ ਇਨਸਾਨ ਲਈ, ਪਰ ਇਸ ਜੀਵਨ ਨੂੰ ਬਚਾਉਣ ਲਈ ਅੰਨਦਾਤੇ ਨੂੰ ਬਚਾਉਣਾ ਜ਼ਰੂਰੀ ਆ। ਇਸ ਕਰਕੇ ਬਾਈ ਜੀ ਸਾਰੇ ਇਸ ਪ੍ਰੋਟੈਸਟ ਦਾ ਹਿੱਸਾ ਬਣੋ, ਆਪੋ ਆਪਣੀ ਜਿਹੜੀ ਗੱਲ ਆ ਉਹ ਰੱਖੋ ਤੇ ਇਸ
ਬੋਲੀ ਇੰਨੀ ਸਰਕਾਰ ਦੇ ਕੰਨਾਂ ਦੇ ਜਿਹੜੇ ਪਰਦੇ ਖੋਲ ਦਿਓ ਇੱਕ ਵਾਰੀ ਚਾ ਕੇ, ਤਾਂ ਕਿ ਇਹ ਅੱਗੇ ਤੋਂ ਇਹੋ ਜਿਹੇ ਕਾਨੂੰਨ ਨਾ ਲਿਆਉਣ, ਕਿਉਂਕਿ ਸਾਥੋਂ ਗਲਤੀਆਂ ਬਹੁਤ ਹੋ ਚੁੱਕੀਆਂ ਨੇ। ਪਹਿਲਾਂ ਅਸੀਂ 370 ਧਾਰਾ ਵੇਲੇ ਕਸ਼ਮੀਰ ਦਾ ਸਾਥ ਨਹੀਂ ਦਿੱਤਾ, ਉਦੋਂ ਅਸੀਂ ਘਰਾਂ 'ਚ ਬੈਠੇ ਰਹੇ ਹਾਂਗੇ। ਫਿਰ ਅਸੀਂ 3 ਤਲਾਕ ਤੇ ਸਾਥ ਨਹੀਂ ਦਿੱਤਾ, ਫਿਰ ਅਸੀਂ ਜਦੋਂ ICA ਦੀ ਗੱਲ ਆਈ ਉਦੋਂ ਕਿਸੇ ਦਾ ਸਾਥ ਨਹੀਂ ਦਿੱਤਾ। ਹੁਣ ਫਿਰ ਇਹ ਕਿਸਾਨਾਂ ਤੇ ਗੱਲ ਆ ਰਹੀ, ਅਸੀਂ ਇਹਦਾ ਸਾਥ ਨਹੀਂ ਦੇ ਰਹੇ। ਸਾਨੂੰ ਉਹ ਤੋੜ ਕੇ ਆਪਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਜਿਹੜੇ ਉਹਨਾਂ ਦੇ ਆਕਾ ਨੇ, ਕਿਉਂਕਿ ਅੱਜ ਇਸ ਦੇਸ਼ ਦੇ ਵਿੱਚ ਕੋਈ ਸਰਕਾਰ ਨਹੀਂ ਕੰਮ ਕਰ ਰਹੀ। ਸਰਕਾਰ ਦੇ ਨਾਂ ਤੇ ਅਡਾਨੀਆਂ ਵਾਨੀਆਂ ਦੇ ਵੱਡੇ ਲੋਕਾਂ ਦੇ ਕਰਿੰਦੇ ਕੰਮ ਕਰ ਰਹੇ ਹੈਗੇ। ਉਹ ਜਿਹੇ ਜਿਹਾ ਬਿੱਲ ਭੇਜ ਦਿੰਦੇ ਆ, ਉਹੋ ਜਿਹਾ ਹੀ ਉਹ ਲਾਗੂ ਕਰ ਦਿੰਦੇ ਆ। ਕਦੇ ਕਿਸੇ ਵੀ ਇਹਨਾਂ ਨੇ ਕਾਨੂੰਨ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ, ਕਿਸੇ ਧਿਰ ਨੂੰ ਨਹੀਂ ਉਹਦੇ ਵਿੱਚ ਇਨਵੋਲਵ ਕੀਤਾ। ਸਿਰਫ ਤੇ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਟਿਓਰੀਆਂ ਭਰਨ ਲਈ, ਸਾਡਾ ਖੂਨ ਚੂਸਣ ਲਈ ਇਹੋ ਜਿਹੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ। ਇਹਦਾ ਡਟ ਕੇ ਵਿਰੋਧ ਕਰੋ, ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੀਆਂ ਨਸਲਾਂ ਕਦੇ ਮਾਫ ਨਹੀਂ ਕਰਨੀਆਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਵੀਰ ਜੀ ਨੇ ਜਿਹੜੀ ਗੱਲ ਕਹੀ ਹੈ ਕਿ CA NRC ਦੇ ਵਿੱਚ ਜਿਹੜਾ ਨਾਨ ਮੁਸਲਿਮ ਸੀ, ਜਿਹਦੇ ਵਿੱਚ ਸਿੱਖ ਭਰਾ ਵੀ ਆਉਂਦੇ ਨੇ ਔਰ ਹਿੰਦੂ ਵੀਰ ਵੀ ਆਉਂਦੇ ਨੇ, ਠੀਕ ਹੈ, ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਲਿਆ ਕੇ ਵਸਾਇਆ ਜਾਏਗਾ ਜਿਹੜੇ ਸਰਕਾਰ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਸਾਹਮਣੇ ਆਹ ਰੋਡ ਬਲੌਕ ਕੀਤਾ 2 ਦਿਨ ਤੋਂ, ਇੱਥੇ ਦੇ ਲੋਕ, ਇੱਥੇ ਦੇ ਸਾਡੇ ਇੱਥੇ ਦੇ ਵਸਿੰਦੇ, ਭਾਰਤ ਦੇ ਵਸਿੰਦੇ ਉਹੀ ਦਿੱਲੀ ਦੇ ਵਿੱਚ ਐਂਟਰ ਕਰਨ ਲਈ ਖੜੇ ਨੇ। ਇੱਥੇ ਐਂਟਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ? ਤੁਸੀਂ ਬਾਹਰੋਂ ਬੰਗਲਾਦੇਸ਼ ਤੋਂ ਲਿਆ ਕੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੁਸੀਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਹਿ ਰਹੇ ਹੋ ਕਿ ਅਸੀਂ CA NRC ਦੇ ਜ਼ਰੀਏ ਅਸੀਂ ਇੱਥੇ ਲਿਆ ਕੇ ਵਸਾਵਾਂਗੇ। ਭਾਜੀ ਇਹ ਜਿਹੜੇ ਖੜੇ ਨੇ ਇੱਥੇ ਲੋਕ ਖੜੇ ਨੇ, ਇਹ ਵੀ ਤੁਹਾਡੇ ਹੀ ਵਸਿੰਦੇ ਨੇ, ਇਹ ਵੀ ਸਿੱਖ, ਇਹ ਵੀ ਹਿੰਦੂ, ਇਹ ਵੀ ਮੁਸਲਮਾਨ, ਇੱਥੇ ਸਾਰੇ ਧਰਮਾਂ ਦੇ ਲੋਕ ਹੀ ਖੜੇ ਨੇ। ਇਹਨਾਂ ਨੂੰ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣ ਦੇ ਰਹੇ? ਕਿਉਂ ਇੱਥੇ ਹੁਣ ਕੀ ਸਾਨੂੰ ਵੀਜ਼ਾ ਲਵਾਉਣਾ ਪਊਗਾ ਅੰਦਰ ਜਾਣ ਵਾਸਤੇ? ਕਿਉਂ ਸਾਨੂੰ ਰੋਕਿਆ ਗਿਆ? ਕਿਉਂ ਸਾਡੇ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਸੁੱਟੇ ਗਏ ਨੇ? ਸੈਕਸ਼ਨ 19 ਸਾਨੂੰ ਜਦੋਂ ਅਲਾਉ ਕਰਦਾ ਵੀ ਅਸੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਔਰ ਉਸ ਤੋਂ ਇਲਾਵਾ ਪੀਸਫੁਲ ਤਰੀਕੇ ਨਾਲ ਅਸੀਂ ਗੈਦਰ ਹੋ ਕੇ ਬਿਨਾਂ ਆਰਮਸ ਤੋਂ, ਦੇਖੋ ਕੋਈ ਹਥਿਆਰ ਹੈ ਕਿਸੇ ਕੋਲ, ਬਿਨਾਂ ਆਰਮਸ ਤੋਂ ਸਾਰੀ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਕੇ ਅਸੀਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ ਔਰ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਇਹ ਸਾਡੀ ਰਾਜਧਾਨੀ ਹੈ ਦੇਸ਼ ਦੀ। ਅਸੀਂ ਜੇ ਇੱਥੇ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹੋਰ ਅਸੀਂ ਕਿੱਥੇ ਪ੍ਰੋਟੈਸਟ ਕਰਾਂਗੇ? ਆ ਤੁਸੀਂ ਜਿਹੜਾ ਰਸਤਾ ਰੋਕਿਆ ਹੋਇਆ, ਇਹ ਸਰਕਾਰ ਨੂੰ ਇਹਦੀ ਜ਼ਿੰਮੇਵਾਰ ਹੈ। ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਰਸਤਾ ਰੋਕਿਆ, ਇਹਨਾਂ ਦੀ ਇਹ ਜ਼ਿੰਮੇਵਾਰ ਨਹੀਂ ਹੈਗੇ, ਕਿਸਾਨ ਨਹੀਂ ਜ਼ਿੰਮੇਵਾਰ ਹੈਗੇ, ਇਹਦੀ ਜ਼ਿੰਮੇਵਾਰ ਸਰਕਾਰ ਹੈ, ਜਿਹੜੀ ਆਪਣੀ ਇੱਕ ਅੜੀ ਦੇ ਉੱਪਰ ਆਈ ਹੋਈ ਹੈ ਔਰ ਜਾਣਬੁੱਝ ਕੇ ਕਿਸਾਨਾਂ ਨੂੰ ਜ਼ਬਰਦਸਤੀ ਇਹ ਕਾਨੂੰਨ ਇਹਦੇ ਤੇ ਥੋਪ ਰਹੀ ਹੈ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜੇ ਸਪੋਰਟ ਵੀ ਕਰਦੇ ਨੇ, ਐਸੀਆਂ ਨਕੰਮੀਆਂ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਜਿਹੜੇ ਮੌਕੇ ਖੰਜਾਤੇ ਨਿਕਲ ਗਏ ਕੋਈ ਗੱਲ ਨਹੀਂ, ਮਗਰ ਅੱਗੇ ਨੂੰ ਧਿਆਨ ਦਿਓ ਕਿ ਐਸੀ ਫਿਰਕਾ ਪ੍ਰਸਤ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਨਾ ਲੈ ਕੇ ਆਓ, ਜਿਹੜੇ ਕਿਸੇ ਦੀ ਸੁਣਵਾਈ ਨਾ ਕਰਨ ਔਰ ਸਿਰਫ ਪੂੰਜੀਪਤੀਆਂ ਦੇ ਢਿੱਡ ਭਰਨ ਵਾਸਤੇ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਉਖਾੜ ਕੇ ਬਾਹਰ ਸੁੱਟਿਆ ਜਾਵੇ। ਤਾਂ ਹੀ ਦੁਬਾਰਾ ਐਸੀ ਕਦੇ ਕੋਈ ਸਰਕਾਰ ਜਿਹੜੀ ਫਿਰਕਾ ਪ੍ਰਸਤੀ ਦੇ ਬੇਸ ਤੇ ਬਣੀ ਹੋਵੇ, ਜਦੋਂ ਉਹ ਲੈ ਕੇ ਆਣੇ ਆ ਤਾਂ ਉਹਦੇ ਇਹੀ ਨਤੀਜੇ ਹੋਣਗੇ। ਇਸੇ ਤਰੀਕੇ ਨਾਲ ਸਾਨੂੰ ਸੜਕਾਂ ਦੇ ਉੱਪਰ ਹੋਣਾ। ਬਸ ਇਹੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ। ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਰਾਜਸਥਾਨ, UP ਜਾਂ ਹੋਰ ਵੀ ਸਰਾਊਂਡਿੰਗ ਏਰੀਆ ਜਿਹੜਾ ਦਿੱਲੀ ਦਾ, ਉੱਥੇ ਦੇ ਜਿਹੜੀ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਏਰੀਏ ਦੇ ਵਿੱਚੋਂ ਇੱਥੇ ਇਕੱਠੇ ਹੋਣ, ਤਾਂ ਕਿ ਚੰਗੇ ਤਰੀਕੇ ਨਾਲ ਬਲੌਕ ਕਰਕੇ ਚਾਰੇ ਪਾਸਿਓਂ ਫੇਰ ਇਹਨਾਂ ਕੋਲੋਂ ਅਸੀਂ ਆਪਣੀ